ਨਾਮ ਸਿਮਰਨ ਨਾਲ ਸਾਡੇ ਅੰਦਰ ਇੱਕ ਨੁਕਤਾ ਪੈਦਾ ਹੁੰਦਾ ਹੈ, ਜਿਸ ਦੇ ਨਾਲ ਮਨ ਦੀ ਹਾਲਤ ਚੜ੍ਹਦੀ ਕਲਾ ਵਾਲੀ ਹੋ ਜਾਂਦੀ ਹੈ। ਇਸ ਨੁਕਤੇ ਦਾ ਹੀ ਬੁੱਲੇ ਸ਼ਾਹ ਨੇ ਜ਼ਿਕਰ ਕੀਤਾ ਹੈ, ਜਦ ਕਿਹਾ ਹੈ ਕਿ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਇਹੋ ਨੁਕਤਾ ਗਰੜ ਗਿਆਨੀਆਂ ਵੈਦਾਂਤੀਆਂ ਦਾ ਖੱਟਾ ਬੰਨ੍ਹਣਾ ਨਹੀਂ ਹੈ। ਭਰੋਸਾ ਇੱਕ ਬੜਾ ਭਾਰੀ ਸਹਾਰਾ ਹੈ, ਤਾਕਤ ਹੈ। ਇਹ ਮਨ ਦੀ ਮਜ਼ਬੂਤ ਦਸ਼ਾ ਵਿੱਚ ਹੋਣ ਦੀ ਹਾਲਤ ਹੈ। ਫਕੀਰ ਦਾ ਮਨ ਜਦ ਕਿਸੇ ਕਾਰਨ ਢਹਿੰਦੀ ਕਲਾ ਵਿੱਚ ਹੋ ਜਾਂਦਾ ਹੈ ਤਾਂ ਉਹ ਇਸ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਯਤਨ ਕਰਦਾ ਹੈ। ਕਿਸੇ ਮਨ ਵਿੱਚ ਸੰਸ਼ੇ ਦਾ ਹੋਣਾ ਢਹਿੰਦੀ ਕਲਾ ਦੀ ਨਿਸ਼ਾਨੀ ਹੈ। ਨਾਮ ਜਪਣ ਵਾਲੇ ਦਾ ਇੱਕ ਤਾਂ ਮਨ ਪੋਜ਼ਿਟਿਵ ਹੋ ਜਾਂਦਾ ਹੈ, ਭਾਵ ਚੜ੍ਹਦੀ ਕਲਾ 'ਚ ਹੋ ਜਾਂਦਾ ਹੈ, ਅਤੇ ਦੂਸਰੇ ਉਸ 'ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਇਸ ਤਰ੍ਹਾਂ ਉਸ ਦੀ ਰਾਹੀਂ ਹੋਰਨਾਂ ਦਾ ਵੀ ਉਧਾਰ ਹੁੰਦਾ ਹੈ, ਹੋਰਨਾਂ ਦਾ ਭਲਾ ਹੋ ਜਾਂਦਾ ਹੈ। ਨਾਮੇ ਪੁਰਖ ਗੁਣ ਸਾਗਰ ਹੋ ਜਾਂਦਾ ਹੈ, ਉਹ ਬੇਲੋੜ ਹੋ ਜਾਂਦਾ ਹੈ। ਸਿੱਧੀਆਂ ਤੇ ਹੋਰ ਇਸ ਪ੍ਰਕਾਰ ਦੀਆਂ ਤਾਕਤਾਂ ਸੁੱਤੇ ਹੀ ਉਸ ਦੇ ਮਗਰ ਤੁਰੀਆਂ ਫਿਰਦੀਆਂ ਨੇ। ਇਹ ਉਹਨਾਂ ਦੀ ਪਰਵਾਹ ਨਹੀਂ ਕਰਦਾ, ਪਰ ਉਹ ਪਰਵਾਹ ਕਰਦਾ ਹੈ ਵਾਹਿਗੁਰੂ ਦੇ ਭਰੋਸੇ ਦੀ, ਵਾਹਿਗੁਰੂ ਦੇ ਭੈ ਦੀ। ਵਾਹਿਗੁਰੂ ਉਸ ਦੀਆਂ ਲੋੜਾਂ ਨੂੰ ਆਪ ਜਾਣਦਾ ਹੈ ਤੇ ਪੂਰੀਆਂ ਕਰਦਾ ਰਹਿੰਦਾ ਹੈ। ਉਸ ਦੀ ਸੰਗਤ ਨਾਲ ਜੀਵਾਂ ਦੇ ਸੰਸਾਰੀ ਤਾਪ ਤੇ ਕਸ਼ਟ ਨਿਵਾਰਨ ਹੁੰਦੇ ਹਨ। ਮਨ ਦੀ ਚੜ੍ਹਦੀ ਕਲਾ ਅਜਿਹੀ ਹਾਲਤ ਹੋਣ ਨਾਲ ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਵਿੱਚੋਂ ਤਪਾਲੀ ਨੂੰ ਦੂਰ ਕੀਤਾ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਸ਼ਹਿਰ ਵਿੱਚ ਪੈ ਹੈਜੇ ਤੇ ਚੇਚਕ ਦੀ ਬਿਮਾਰੀ ਤੋਂ ਸੰਗਤਾਂ ਨੂੰ ਛੁਟਕਾਰਾ ਬਖਸ਼ਿਆ। ਨਾਮਹੀਨ ਅਜਿਹੀ ਹਾਲਤ ਵਾਲਿਆਂ ਦਾ ਇਹ ਹਾਲ ਹੁੰਦਾ ਹੈ ਕਿ ਨਾਮ ਬਿਨਾ ਸਭ ਝੂਠ ਪ੍ਰਾਣੀ, ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ, ਤੇ ਸਭ ਮਾਇਆ ਮੂਠ ਪ੍ਰਾਣੀ। ਮੇਰੀ ਆਪਣੀ ਜ਼ਿੰਦਗੀ ਵਿੱਚ ਜੇ ਤੁਸੀਂ ਕੋਈ ਸਫਲਤਾ ਵੇਖੀ ਹੈ ਤਾਂ ਇਹ ਸਭ ਨਾਮ ਦੀ ਹੀ ਬਰਕਤ ਹੈ। ਵਾਹਿਗੁਰੂ ਚਿੰਤਾਮਣੀ ਹੈ, ਪਰ ਚਿੰਤਾਮਣੀ ਨਾਲੋਂ ਉਸ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਉਹ ਕਰੁਣਾਮਈ ਹੈ। ਆਪ ਤਰੁੱਟ ਕੇ ਦਿੰਦਾ ਹੈ ਤੇ ਦੀਨ ਕਲਿਆਣ ਵੀ ਹੈ। ਦਰ ਪਿਆਂ ਦੀ ਭੈਜ ਰੱਖਦਾ ਹੈ, ਸ਼ਰਨ ਆਇਆਂ ਨੂੰ ਗਲ ਲਾਉਂਦਾ ਹੈ। ਇਸ ਅਵਸਥਾ ਵਿੱਚ ਅਰਦਾਸ ਜੋ ਸਾਡੀ ਪੰਥ ਪ੍ਰਵਾਨਤ ਹੈ, ਉਸ ਦੇ ਵਿੱਚ ਵੀ ਬੜੇ ਨੁਕਤੇ ਆਉਂਦੇ ਨੇ। ਜਿਵੇਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਚਰਖੜੀਆਂ ਤੇ ਚੜੇ। ਇਹ ਕੋਈ ਐਵੇਂ ਦੀ ਗੱਲ ਨਹੀਂ ਹੈ। ਅੰਦਰ ਸਿਦਕ ਭਰੋਸਾ ਹੋਵੇ ਤਾਂ ਹੀ ਕਿਧਰੇ ਖੁਸ਼ੀ ਦੇ ਨਾਲ ਐਸੀ ਅਵਸਥਾ ਨੂੰ ਪਾਰ ਕੀਤਾ ਜਾਂਦਾ ਹੈ। ਅੱਜ ਅਰਦਾਸੀ ਨੇ ਅਰਦਾਸ ਕਰਨ ਵੇਲੇ ਇਹ ਸ਼ਬਦ ਚਰਖੜੀਆਂ ਤੇ ਚੜੇ ਛੱਡ ਦਿੱਤੇ ਸਨ। ਸ਼ਾਇਦ ਉਸ ਤੋਂ ਇਹ ਸਹਿਵਨ ਭੁੱਲ ਹੋਈ। ਇਸ ਪਰ ਭਾਈ ਸਾਹਿਬ ਜੀ ਨੇ ਕਿਹਾ ਇਹ ਅੱਖਰ ਅਰਦਾਸ ਵਿੱਚੋਂ ਛੱਡ ਦੇਣੇ ਠੀਕ ਨਹੀਂ। ਚਰਖੜੀਆਂ ਤੇ ਚੜ੍ਹਨ ਦੀ ਸਜ਼ਾ ਬੜੀ ਸਖਤ ਸੀ, ਦਿਮਾਗ ਫਰਾ ਦਿੰਦੀ ਸੀ। ਚਰਖੜੀ ਤੇ ਚੜ੍ਹ ਕੇ ਵੀ ਇਸਲਾਮ ਨਾ ਕਬੂਲ ਕਰਨਾ ਬੜੀ ਬਹਾਦਰੀ ਸੀ। ਸਾਡੀ ਅਰਦਾਸ ਵਿੱਚ ਸਾਰੇ ਅੱਖਰ 94 ਹਨ ਤੇ ਸਾਨੂੰ ਇਹਨਾਂ ਦਾ ਬੜੇ ਧਿਆਨ ਨਾਲ ਖਿਆਲ ਰੱਖਣਾ ਚਾਹੀਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਜੀਵ ਦੇ ਜਗਤ ਵਿੱਚ ਆ ਕੇ ਤਿੰਨ ਸੰਬੰਧ ਜੁੜ ਜਾਂਦੇ ਨੇ, ਭਾਵ ਤਿੰਨ ਜੋੜ ਬਣਦੇ ਨੇ। ਪਹਿਲਾ ਸਿਰਜਣਹਾਰ ਨਾਲ, ਜਿਸ ਨੇ ਇਸ ਨੂੰ ਘੜਿਆ, ਬਣਾਇਆ ਤੇ ਆਪਣੀ ਅੰਸ਼ ਰੱਖ ਕੇ ਸੰਸਾਰ ਤੇ ਪ੍ਰਗਟ ਕੀਤਾ। ਦੂਸਰਾ ਆਪਣੇ ਸਵੈ ਨਾਲ, ਆਪਣੇ ਆਪੇ ਨਾਲ ਇਹ ਸੰਬੰਧ ਹੁੰਦਾ ਹੈ। ਤੇ ਤੀਸਰਾ ਫਿਰ ਜਗਤ ਨਾਲ ਜੁੜਦਾ ਹੈ। ਜੀਵ ਦਾ ਆਪਣੇ ਕਰਤਾਰ ਨਾਲ ਨਾਮ ਦੀ ਸਿਮਰਨ ਦੁਆਰਾ ਸੁਖਦਾਈ ਤੇ ਸਦਾ ਇੱਕ ਰਸ ਪਿਆਰ ਵਾਲਾ ਸੰਬੰਧ ਹੈ।
ਆਪਣਾ ਆਪਾ ਉਸ ਦੀ ਯਾਦ ਵਿੱਚ ਜੁੜਿਆ ਹੋਣ ਕਰਕੇ ਸਦਾ ਤਰੋ ਤਾਜ਼ਾ ਤੇ ਸੁਰਜੀਤ ਖੇੜੇ ਵਾਲਾ ਰਹਿੰਦਾ। ਜੀਵ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ। ਜੇ ਇਹ ਆਪਣੇ ਸੋਮੇ ਨਾਲ ਜੁੜਿਆ ਰਹੇਗਾ ਤਾਂ ਉਸ ਦੈਵੀ ਜੋਤ ਦੇ ਪ੍ਰਕਾਸ਼ ਵਿੱਚ ਸਦਾ ਸਦੀਵ ਪ੍ਰਕਾਸ਼ਮਾਨ ਰਹੇਗਾ। ਜਿਵੇਂ ਬਿਜਲੀ ਦਾ ਬਲਬ ਆਪਣੇ ਪ੍ਰਕਾਸ਼ ਦਾਤੇ ਪਾਵਰ ਹਾਊਸ ਨਾਲ ਜਦ ਤੱਕ ਜੁੜਿਆ ਹੈ ਪ੍ਰਕਾਸ਼ਮਾਨ ਰਹਿੰਦਾ ਹੈ। ਵਾਹਿਗੁਰੂ ਸਰਬ ਸ਼ਕਤੀਆਂ ਦਾ ਕੇਂਦਰ ਹੈ, ਸਿਰਜਣਹਾਰ ਹੈ, ਉਹ ਆਨੰਦ ਸਰੂਪ ਹੈ। ਉਸ ਦੀ ਪਿਆਰ ਭਰੀ ਯਾਦ ਸਿਮਰਨ ਉਹ ਕਰੰਟ ਹੈ ਜੋ ਜੀਵ ਦੀ ਆਤਮਾ ਬੱਤੀ ਨੂੰ ਪ੍ਰਕਾਸ਼ਮਾਨ ਰੱਖਦਾ ਹੈ ਤੇ ਫਿਰ ਵਾਹਿਗੁਰੂ ਨਾਲ ਜੋੜ ਕੇ ਰੱਖਦਾ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਨੂੰ ਆਗਿਆ ਹੈ, ਜਾਂ ਕੈ ਸੰਗ ਤੇ ਬੀਸ਼ਰਾ ਤਾਹੀਂ ਕੀ ਸੰਗ ਲਾਗ। ਦੂਜਾ ਸੰਬੰਧ ਸਾਡਾ ਮਨ ਨਾਲ ਹੈ। ਮਨ ਬਹੁਤ ਚੰਚਲ ਹੈ, ਇਹ ਕਦੀ ਉੱਚਾ ਕਦੀ ਅਤ ਨੀਵਾਂ ਤੁਰਿਆ ਫਿਰਦਾ ਰਹਿੰਦਾ। ਜਗਤ ਦੀਆਂ ਮਨਮੋਹਨ ਖਿੱਚਾਂ ਵੱਲ ਉੱਡ ਕੇ ਭੱਜਦਾ ਤੇ ਫਿਰ ਆਪਣਾ ਆਸਾ ਭੁੱਲ ਜਾਂਦਾ। ਐਸੀਆਂ ਰੁਚੀਆਂ ਵੱਲ ਦੌੜਦਾ ਹੈ ਜੋ ਇਸ ਦੇ ਸੋਮੇ ਦੇ ਵਸਫ ਵਾਲੀਆਂ ਨਹੀਂ ਹਨ। ਉਹਨਾਂ ਦੇ ਵਸ ਵਿੱਚ ਪੈ ਕੇ ਇਹ ਡਿੱਗਦਾ ਟਹਿੰਦਾ, ਸੱਟਾਂ ਫੇਟਾਂ ਖਾਂਦਾ ਤੇ ਦੁੱਖ ਪਾਉਂਦਾ। ਅਸਾਂ ਇਸ ਨੂੰ ਬਾਹਰ ਦੇ ਭਰਮਣ ਵੱਲੋਂ ਹੋੜ ਕੇ ਅੰਦਰ ਸਿਮਰਨ ਵੱਲ ਜੋੜਨਾ ਹੈ ਤੇ ਸਮਝਾਉਣਾ ਹੈ, ਟਿਕਾਉਣਾ ਹੈ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਉਹ ਘਰ ਵਿੱਚ ਅੰਮ੍ਰਿਤ ਸਿਰਜਣਹਾਰ ਦੇ ਪਿਆਰ ਦੀ ਯਾਦ ਹੈ ਔਰ ਸਾਲ ਪਦਾਰਥ ਹੈ। ਇਹ ਚੜ੍ਹਦੀ ਕਲਾ ਦਾ ਅਰਥ ਹੈ। ਤੇ ਸਾਡਾ ਤੀਜਾ ਸੰਬੰਧ ਜਗਤ ਨਾਲ ਹੈ। ਦੇਹੀ ਵਿੱਚ ਰਹਿੰਦੇ ਹਾਂ, ਦੇਹੀ ਦੀ ਮਰਯਾਦਾ ਨਾਲ ਜੋ ਕਰਮ ਜੁੜੇ ਹਨ ਉਹ ਵੀ ਕਰਨੇ ਹਨ। ਸਾਰਾ ਜਗਤ ਵਾਹਿਗੁਰੂ ਦੀ ਰਚਨਾ ਹੈ। ਅਸਾਂ ਸਰਬੱਤ ਦਾ ਭਲਾ ਚਿਤਵਣਾ ਹੈ ਤੇ ਕਰਨਾ ਵੀ ਹੈ। ਸਾਡੇ ਨਿੱਤ ਦੇ ਅਰਦਾਸ ਵਿੱਚ ਸਾਡੇ ਇਹਨਾਂ ਤਿੰਨਾਂ ਸੰਬੰਧਾਂ ਨੂੰ ਚੇਤੇ ਕਰਾਇਆ ਗਿਆ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਡੇ ਧਰਮ ਦੀ ਜੋੜਨਹਾਰ ਸ਼ਕਤੀ ਦੇ ਉੱਚੇ ਅਸੂਲਾਂ ਨੂੰ ਇਸ ਇੱਕ ਨਿੱਕੀ ਜਿਹੇ ਫਿਕਰੇ ਵਿੱਚ ਬੜੇ ਸੋਝ ਨਾਲ ਗੁੰਦ ਕੇ ਸਾਡੀ ਸਿਮਰਤੀ ਦੇ ਸਦਾ ਸਾਹਮਣੇ ਰੱਖਿਆ ਹੋਇਆ ਹੈ ਤੇ ਇਹਨਾਂ ਅਹਿਮ ਸੰਬੰਧਾਂ ਦੀ ਯਾਦ ਸਾਨੂੰ ਹਰ ਰੋਜ਼ ਹਰ ਵਾਰ ਕਰਾਈ ਜਾਂਦੀ ਹੈ। ਵਾਹਿਗੁਰੂ ਨਾਲ ਅਸਾਂ ਜੁੜੇ ਰਹਿਣਾ ਹੈ। ਨਾਮ ਨਾਲ ਤੇ ਸਿਮਰਨ ਨਾਲ ਸੰਬੰਧ ਬਣਾਈ ਰੱਖਣਾ ਹੈ। ਮਨ ਦੇ ਸੰਬੰਧ ਵਿੱਚ ਅਸਾਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਮਨ ਨੂੰ ਜਗਤ ਜੰਜਾਲਾਂ ਵਿੱਚ ਫਸਾ ਕੇ ਢਹਿੰਦੀ ਕਲਾ ਵਿੱਚ ਨਹੀਂ ਡਿੱਗਣ ਦੇਣਾ ਤੇ ਜਗਤ ਦੀ ਵਰਤੋਂ ਵੀ ਰੱਖਣੀ ਹੈ। ਪ੍ਰਾਣੀ ਮਾਤਰ ਨੂੰ ਵਾਹਿਗੁਰੂ ਦੀ ਅੰਸ਼ ਸਮਝ ਕੇ ਸਰਬੱਤ ਦੇ ਭਲੇ ਵਿੱਚ ਰਹਿਣਾ ਹੈ। ਮਨੁੱਖ ਨੂੰ ਮਨੁੱਖ ਨਾਲ ਜੋੜਨਾ ਹੈ। ਮਨੁੱਖ ਮਾਤਰ ਨਾਲ ਭਰਾਤਰੀ ਭਾਵ ਰੱਖਣਾ ਹੈ। ਹਰ ਜੀਵ ਦੀ ਰੱਖਿਆ ਕਰਨੀ, ਹਰ ਜੀਵ ਨਾਲ ਪਿਆਰ ਕਰਨਾ ਹੈ। ਨਾਮ ਜਪ ਜਪਾ ਕੇ ਸਾਡਾ ਵਾਹਿਗੁਰੂ ਜੀ ਨਾਲ ਸੰਬੰਧ ਹੁੰਦਾ ਹੈ। ਇਸ ਨਾਲ ਸੁਰਤ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਤੇ ਸਾਨੂੰ ਆਪੇ ਦਾ ਗਿਆਨ ਹੁੰਦਾ ਹੈ। ਜਦ ਆਪੇ ਦਾ ਗਿਆਨ ਹੁੰਦਾ ਹੈ ਫਿਰ ਜਗਤ ਵਿੱਚ ਦੂਸਰਾ ਕੋਈ ਨਹੀਂ, ਸਭ ਆਪਣੇ ਆਪਣੇ ਦਿਸਦੇ ਹਨ। ਸਭ ਤੇ ਭਲਾ ਮੰਗੀਦਾ ਹੈ। ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਰ। ਫਿਰ ਮੇਰੇ 10ਵੇਂ ਪਾਤਸ਼ਾਹ ਅੱਗੇ ਜਾ ਕੇ ਕਹਿੰਦੇ ਨੇ, ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ।